द ਬੈਨੀਪਾਲ ਨੈਟਵਰਕ ਤੋਂ ਬੈਨੀਪਾਲ ਸ਼ੋਅ ਲੈ ਕੇ ਮੈਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ। ਦੋਸਤੋ, ਅੱਜ ਦੀਆਂ ਜਿਹੜੀਆਂ ਕੁਝ ਖਬਰਾਂ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰੀਆਂ ਜਾਣੀਆਂ ਨੇ, ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਆਖਰਕਾਰ ਚੀਨ ਨੇ ਦਿੱਤੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਵਧਾਈ। ਲੀਬੀਆ ਦੇ ਤੱਟ ਤੇ ਕਿਸ਼ਤੀ ਪਲਟਣ ਕਾਰਨ ਕਈ ਦਰਜਨ ਮੌਤਾਂ। ਸਾਬਕਾ ਰਾਸ਼ਟਰਪਤੀ ਓਬਾਮਾ ਦੀ ਕਿਤਾਬ ਨੇ ਭਾਰਤੀ ਰਾਜਨੀਤੀ ਵਿੱਚ ਪੈਦਾ ਕੀਤੀ ਹਲਚਲ। ਕੇਂਦਰ ਤੇ ਕਿਸਾਨ ਆਗੂਆਂ ਵਿਚਕਾਰ ਹੋਈ ਗੱਲਬਾਤ। ਮੱਧ ਪ੍ਰਦੇਸ਼ ਵਿੱਚ ਵਾਪਰਿਆ ਸੜਕ ਹਾਦਸਾ, 10 ਵਿਅਕਤੀਆਂ ਦੀ ਮੌਤ। 15 ਨਵੰਬਰ ਨੂੰ ਹੋਵੇਗੀ ਨਿਤੀਸ਼ ਕੁਮਾਰ ਨੂੰ ਰਸਮੀ ਤੌਰ ਤੇ ਮੁੜ ਆਪਣਾ ਨੇਤਾ ਚੁਣਨ ਲਈ ਬੈਠਕ। ਭਾਜਪਾ ਨੇ ਕੀਤੀ ਵੱਡੀ ਰੱਦੋ-ਬਦਲ, ਪੰਜਾਬ ਦੇ ਇੰਚਾਰਜ ਦੀ ਵੀ ਕੀਤੀ ਬਦਲੀ। ਮਾਂ ਦੀ ਮੌਤ ਤੋਂ ਬਾਅਦ ਮਾਂ ਦੇ ਸੁਪਨੇ ਪੂਰੇ ਕਰਨ ਲਈ ਇੱਕ ਵਿਅਕਤੀ ਨੇ ਕੀਤਾ ਇੱਕ ਵੱਖਰਾ ਅਤੇ ਵੱਡਾ ਫੈਸਲਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਮੈਂ ਵਿਸਥਾਰ ਸਹਿਤ ਤੁਹਾਡੇ ਨਾਲ ਤਫਸੀਲ ਸਹਿਤ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਨੂੰ ਇੱਕ ਇੱਕ ਕਰਕੇ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਾਂ, ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਤੁਹਾਨੂੰ ਰੋਜ਼ਾਨਾ ਦੀਆਂ ਅਪਡੇਟਸ ਮਿਲਦੀਆਂ ਰਹਿਣ ਤੇ ਆਪਣੀ ਇਹ ਮੁਲਾਕਾਤ ਦਾ ਰਾਬਤਾ ਇਸ ਸਬਬ ਬਰਕਰਾਰ ਰਹੇ। ਤੇ ਆਓ ਦੋਸਤੋ, ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਦੁਨੀਆ ਦੇ ਵੱਖੋ-ਵੱਖ ਮੁਲਕਾਂ ਤੋਂ ਵਧਾਈਆਂ ਆਉਣ ਲੱਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ, ਨਰਿੰਦਰ ਮੋਦੀ ਨੇ ਵੀ ਤੇ ਹੋਰਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਵੱਲੋਂ ਮੁਬਾਰਕਾਂ ਆਉਣ ਲੱਗੀਆਂ। ਪਰ ਚੀਨ ਚੁੱਪ ਸੀ। ਚੀਨ ਨੇ ਹੁਣ ਕਾਫੀ ਦੇਰ ਤੋਂ ਬਾਅਦ ਆਖਰਕਾਰ ਚੁੱਪ ਤੋੜ ਲਈ ਹੈ। ਆਪਣੀ ਚੁੱਪ ਤੋੜਦਿਆਂ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਵਧਾਈ ਸੰਦੇਸ਼ ਭੇਜ ਹੀ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੈਂਗ ਵੈਨਬਿਨ ਨੇ ਅਮਰੀਕੀ ਲੋਕਾਂ ਦੀ ਚੋਣ ਦਾ ਸਨਮਾਨ ਕਰਦਿਆਂ ਬਾਈਡਨ ਅਤੇ ਕਮਲਾ ਹੈਰਿਸ ਨੂੰ ਆਖਰਕਾਰ ਮੁਬਾਰਕਬਾਦ ਭੇਜੀ ਹੈ। ਚੀਨ ਵੱਲੋਂ ਹੋਈ ਇਸ ਦੇਰੀ ਦੇ ਬਾਰੇ ਭਾਵੇਂ ਕੋਈ ਸਪਸ਼ਟੀਕਰਨ ਤਾਂ ਨਹੀਂ ਦਿੱਤਾ, ਪਰ ਵੈਂਗ ਨੇ ਕਿਹਾ ਕਿ ਅਮਰੀਕਾ ਵਿੱਚ ਚੋਣਾਂ ਦੇ ਨਤੀਜੇ ਦਾ ਫੈਸਲਾ ਅਮਰੀਕਾ ਦੇ ਕਾਨੂੰਨਾਂ ਅਤੇ ਪ੍ਰਤੀਕਿਰਿਆਵਾਂ ਅਨੁਸਾਰ ਕੀਤਾ ਜਾਏਗਾ। ਇਸ ਤੋਂ ਪਹਿਲਾਂ ਇਹ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 9 ਨਵੰਬਰ 2016 ਨੂੰ ਜਦੋਂ ਰਾਸ਼ਟਰਪਤੀ ਟਰੰਪ ਜੇਤੂ ਐਲਾਨ ਦਿੱਤੇ ਗਏ ਸੀ, ਉਹਨਾਂ ਤੋਂ ਇੱਕ ਦਿਨ ਬਾਅਦ ਭਾਵ ਅਗਲੇ ਦਿਨ ਹੀ ਰਾਸ਼ਟਰਪਤੀ ਟਰੰਪ ਚੁਣੇ ਗਏ ਨੂੰ ਵਧਾਈ ਸੰਦੇਸ਼ ਭੇਜ ਦਿੱਤਾ ਸੀ। ਪਰ ਉਹ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਸ਼ੀ ਜਿਨਪਿੰਗ, ਜਾਂ ਇਹ ਕਹਿ ਲਿਆ ਜਾਵੇ ਕਿ ਅਮਰੀਕਾ ਅਤੇ ਚੀਨ ਦੇ ਸਬੰਧਾਂ ਦੇ ਵਿੱਚ ਲਗਾਤਾਰ ਕੁੜੱਤਣ ਪੈਦਾ ਹੁੰਦੀ ਚਲੀ ਗਈ। ਇਸ ਨਾਲ ਹੁਣ ਬਾਈਡਨ ਨੂੰ ਟਰੰਪ ਤੋਂ ਬਾਅਦ ਸੰਯੁਕਤ ਰਾਜ ਅਤੇ ਚੀਨ ਵਿਚਕਾਰ ਸਬੰਧਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਈਡਨ ਨੇ ਇਸੇ ਹਫ਼ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਤੇ ਕਈ ਹੋਰ ਵਿਦੇਸ਼ੀ ਨੇਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ। ਉਹਨਾਂ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਚੀਨ ਦੇ ਇਲਾਵਾ ਰੂਸ, ਇਜ਼ਰਾਈਲ, ਸਾਊਦੀ ਅਰਬ ਅਤੇ ਬ੍ਰਾਜ਼ੀਲ, ਇਹਨਾਂ ਮੁਲਕਾਂ ਨੇ ਜ਼ਰੂਰ ਬਾਈਡਨ ਨੂੰ ਵਧਾਈ ਦੇਣ ਦੇ ਵਿੱਚ ਦੇਰੀ ਕੀਤੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਨੇਤਾਵਾਂ ਦੇ ਜਾਂ ਇਹਨਾਂ ਮੁਲਕਾਂ ਦੇ ਜਿਹੜੇ ਸਬੰਧ ਨੇ ਉਹ ਰਾਸ਼ਟਰਪਤੀ ਟਰੰਪ ਨਾਲ ਕੁੜੱਤਣ ਭਰੇ ਰਹੇ ਹੈ। ਚੋਣਾਂ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਹ ਦੂਸਰੇ ਮੁਲਕਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਾਖਲ ਦੇਣਾ ਨਹੀਂ ਚਾਹੁੰਦਾ ਜਾਂ ਸ਼ਾਮਲ ਹੋਣਾ ਨਹੀਂ ਚਾਹੁੰਦਾ। ਇਸੇ ਕਰਕੇ ਚੀਨ ਅਤੇ ਅਮਰੀਕਾ ਦੇ ਆਪਸੀ ਸਬੰਧ ਜਾਂ ਕੁਝ ਕਾਰਨਾਂ ਦੇ ਕਰਕੇ ਕੁਝ ਇਹਨਾਂ ਦੇ ਵਿੱਚ ਵਪਾਰਕ ਤਣਾਅ ਨੇ। ਇਹਦੇ ਨਾਲ ਕੋਵਿਡ ਦਾ ਮੁੱਦਾ ਹੈ, ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਦਾ ਮੁੱਦਾ ਹੈ, ਦੱਖਣੀ ਚੀਨ ਸਾਗਰ ਦਾ ਮੁੱਦਾ ਹੈ, ਜਾਂ ਉਹਦੇ ਕੁਝ ਆਪਣੇ ਖੇਤਰੀ ਦਾਅਵੇ ਨੇ, ਤੇ ਜਿਹਦੇ ਕਾਰਨ ਖਾਸ ਕਰਕੇ ਅਮਰੀਕਾ ਅਤੇ ਚੀਨ ਦੀ ਆਪਸ ਦੇ ਵਿਚਕਾਰ ਖੜਕ ਰਹੀ ਹੈ। ਤੇ ਹੁਣ ਹੋਰ ਕਈ ਛੋਟੇ ਮੁੱਦਿਆਂ ਨੇ ਵੱਡਾ ਰੂਪ ਧਾਰਨ ਕਰ ਲਿਆ। ਸੋ ਵੇਖਦੇ ਹਾਂ ਕਿ ਚੁਣੇ ਗਏ ਰਾਸ਼ਟਰਪਤੀ ਕਿ ਇਹਨਾਂ ਮੁੱਦਿਆਂ ਤੇ ਉੱਤੇ ਸੰਜੀਦਗੀ ਨਾਲ ਕੰਮ ਕਰਦੇ ਹੈ ਜਾਂ ਅਮਰੀਕਾ ਤੇ ਚੀਨ ਦੇ ਵਿਚਕਾਰ ਇਹ ਕੁੜੱਤਣ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ। ਹੁਣ ਇੱਕ ਕਿਤਾਬ ਆਉਣੀ ਆ ਹਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ, ਪਰ ਇਸ ਕਿਤਾਬ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਇਹਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਕਿਤਾਬ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਹੈ, ਹਲਚਲ ਜਾ ਕੇ ਭਾਰਤ 'ਚ ਹੋਈ ਹੈ। ਅਸਲ ਦੇ ਵਿੱਚ ਬਰਾਕ ਓਬਾਮਾ ਨੇ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਕਿਤਾਬ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੈ। ਇਹਦੇ ਤੋਂ ਬਾਅਦ ਕਾਂਗਰਸੀ ਸਮਰਥਕਾਂ ਨੇ ਨਾਰਾਜ਼ਗੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ। ਬਰਾਕ ਓਬਾਮਾ ਨੇ ਆਪਣੀ ਕਿਤਾਬ ਜਿਹੜੀ ਉਹਨਾਂ ਨੇ ਲਿਖੀ ਹੈ ਆ ਪ੍ਰੋਮਿਸਡ ਲੈਂਡ, ਉਹਦੇ ਵਿੱਚ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ, ਉਹਦੇ ਵਿੱਚ ਰਾਹੁਲ ਗਾਂਧੀ, ਉਹਦੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਾਬਤ ਵੀ ਕਈ ਟਿੱਪਣੀਆਂ ਨੇ। ਸਾਬਕਾ ਰਾਸ਼ਟਰਪਤੀ ਓਬਾਮਾ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਕਰਦੇ ਲਿਖਿਆ ਕਿ ਉਹਨਾਂ ਵਿੱਚ ਇੱਕ ਤਰ੍ਹਾਂ ਦੀ ਡੂੰਘੀ ਵਫਾਦਾਰੀ ਹੈ। ਉਹਨਾਂ ਨੇ ਸਿਰਫ ਭਾਰਤੀ ਨੇਤਾਵਾਂ ਦਾ ਹੀ ਇਸ ਕਿਤਾਬ ਦੇ ਵਿੱਚ ਜ਼ਿਕਰ ਨਹੀਂ ਕੀਤਾ। ਸਾਬਕਾ ਰਾਸ਼ਟਰਪਤੀ ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਤੱਕ ਆਪਣੀ ਇਸ ਕਿਤਾਬ ਦੇ ਵਿੱਚ ਆਪਣੇ ਵਿਚਾਰ ਪ੍ਰਗਟਾਏ ਨੇ। ਕਿਤਾਬ ਹਲੇ ਰਿਲੀਜ਼ ਹੋਣੀ ਹੈ, ਪਰ ਇਸ ਕਿਤਾਬ ਦੀ ਜਿਹੜੀ ਸਮੀਖਿਆ ਹੈ ਉਸ ਦੇ ਮੁਤਾਬਕ ਓਬਾਮਾ ਦੀ ਕਿਤਾਬ ਦੇ ਵਿੱਚ ਨਿੱਜੀ ਜਾਂ ਆਪਣੇ ਜੀਵਨ ਦੀ ਤੁਲਨਾ ਦੇ ਵਿੱਚ ਉਹਨਾਂ ਦੇ ਰਾਜਨੀਤਿਕ ਰੁਖ ਤੇ ਜ਼ਿਆਦਾ ਕੇਂਦਰਿਤ ਉਹਨਾਂ ਨੂੰ ਰਿਹਾ। ਹੁਣ ਰਾਸ਼ਟਰਪਤੀ ਓਬਾਮਾ ਨੇ ਰਾਜਨੀਤੀ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਲਾਦੇਨ ਦੀ ਹੱਤਿਆ ਤੱਕ ਦੇ ਕਈ ਮੁੱਦਿਆਂ ਦੇ ਬਾਬਤ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ। ਓਬਾਮਾ ਨੇ ਆਪਣੀ ਇਸ ਕਿਤਾਬ ਦੇ ਵਿੱਚ ਕਾਂਗਰਸ ਤੇ ਜਦੋਂ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ, ਜਿਹੜੀ ਇਹ ਕਿਤਾਬ ਹਲੇ 17 ਨਵੰਬਰ ਨੂੰ ਰਿਲੀਜ਼ ਹੋਣੀ ਹੈ। ਤੇ ਇਸ ਦੇ ਵਿੱਚ ਓਬਾਮਾ ਨੇ ਕਈ ਸਿਆਸੀ ਆਗੂਆਂ ਤੇ ਜਦੋਂ ਟਿੱਪਣੀਆਂ ਕੀਤੀਆਂ, ਆਪਣੇ ਤਜਰਬੇ ਸਾਂਝੇ ਕੀਤੇ ਤੇ ਇਸ ਤਜਰਬਿਆਂ ਨੂੰ ਲੈ ਕੇ ਪੰਜਾਬ ਦੀ ਜਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਅੱਗ ਜੀ ਲੱਗ ਗਈ ਹੈ। ਓਬਾਮਾ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਰਾਹੁਲ ਦੇ ਵਿੱਚ ਯੋਗਤਾ ਅਤੇ ਜਨੂੰਨ ਦੀ ਘਾਟ ਹੈ। ਨਿਊਯਾਰਕ ਟਾਈਮਜ਼ ਦੇ ਵਿੱਚ ਇਸ ਕਿਤਾਬ ਦਾ ਰਿਵਿਊ ਛਪਿਆ। ਰਿਵਿਊ ਤੋਂ ਹੀ ਸਿਆਪਾ ਪਿਆ ਹੋਇਆ। ਕਿਤਾਬ ਦੇ ਕੁਝ ਅੰਸ਼ ਇਸ ਦੇ ਵਿੱਚ ਛਾਪੇ ਗਏ ਨੇ। ਆਪਣੀ ਟਿੱਪਣੀ ਦੇ ਵਿੱਚ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ਕਿ ਉਹਨਾਂ ਵਿੱਚ ਇੱਕ ਅਜਿਹੇ ਬੇਚੈਨ ਅਤੇ ਗੈਰ ਤਜਰਬੇਕਾਰ ਵਿਦਿਆਰਥੀ ਦੇ ਗੁਣ ਨੇ ਜਿਸ ਨੇ ਆਪਣਾ ਹੋਮਵਰਕ ਕੀਤਾ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਜੇਕਰ ਡੂੰਘਾਈ ਨਾਲ ਵੇਖੀਏ ਤਾਂ ਯੋਗਤਾ ਦੀ ਘਾਟ ਹੈ ਤੇ ਕਿਸੇ ਵਿਸ਼ੇ ਤੇ ਮੁਹਾਰਤ ਹਾਸਲ ਕਰਦੇ ਜਨੂੰਨ ਦੀ ਵੀ ਘਾਟ ਹੈ। ਉਹਨਾਂ ਦੀ ਇਸੇ ਟਿੱਪਣੀ ਨੂੰ ਲੈ ਕੇ ਹੁਣ ਭਾਜਪਾ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਕਾਂਗਰਸ ਤੇ ਕੇਂਦਰੀ ਮੰਤਰੀ, ਉੱਥੇ ਕਾਂਗਰਸ ਦੇ ਵਿਚਕਾਰ ਜਿਹੜੇ ਸਾਬਕਾ ਕੇਂਦਰੀ ਮੰਤਰੀ ਰਹੇ ਤੇ ਇੱਧਰ ਜਿਹੜੇ ਹੁਣ ਭਾਜਪਾ ਦੇ ਕੇਂਦਰੀ ਮੰਤਰੀ ਨੇ, ਤੇ ਕੁਝ ਆਪਸ ਦੇ ਵਿੱਚ ਉਹਨਾਂ ਦੀ ਟਵਿੱਟਰ ਦੇ ਉੱਤੇ ਟਵੀਟੋ ਟਵੀਟੀ ਹੋਣ ਲੱਗ ਪਏ ਨੇ। ਮੁਖਤਿਆਰ ਅਬਾਸ ਨਕਵੀ, ਗਿਰੀਰਾਜ ਸਿੰਘ ਨੇ ਵੀ ਰਾਹੁਲ ਗਾਂਧੀ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹੈ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਤਾਂ ਬਰਾਕ ਓਬਾਮਾ ਨੂੰ ਟਵਿੱਟਰ ਤੇ ਅਨਫੋਲੋ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਟਵਿੱਟਰ ਦੇ ਉੱਤੇ ਮੁਆਫੀ ਦੀ ਮੰਗ, ਓਬਾਮਾ ਦੇ ਨਾਂ ਦੇ ਉੱਤੇ ਹੈਸ਼ਟੈਗ ਸ਼ੁਰੂ ਕਰ ਦਿੱਤਾ। ਹੁਣ ਕਾਂਗਰਸ ਸਮਰਥਕਾਂ ਨੇ ਇਸ ਮੁਹਿੰਮ ਨੂੰ ਰੂਪ ਦੇ ਦਿੱਤਾ ਕਿ ਓਬਾਮਾ ਮੁਆਫੀ ਮੰਗਣ, ਕਿ ਰਾਹੁਲ ਗਾਂਧੀ ਇਸ ਤਰ੍ਹਾਂ ਦੇ ਸਾਡੇ ਵੱਡੇ ਲੀਡਰ ਨੇ, ਉਹਨਾਂ ਦੀ ਇਹ ਬੇਇੱਜ਼ਤੀ ਕੀਤੀ ਹੈ। ਤੇ ਦੂਸਰੇ ਪਾਸੇ ਮੁਖਤਿਆਰ ਅਬਾਸ ਨਕਵੀ ਜਿਹੜੇ ਕੇਂਦਰੀ ਮੰਤਰੀ ਨੇ, ਉਹ ਕਹਿੰਦੇ ਕਿਸੇ ਤਰ੍ਹਾਂ ਦੀਆਂ ਬੇਵਕੂਫੀਆਂ ਦੇ ਚਰਚੇ ਅੰਤਰਰਾਸ਼ਟਰੀ ਪੱਧਰ ਤੇ ਹੋਣ ਲੱਗ ਜਾਣ ਤਾਂ ਅੱਜ ਕੱਲ੍ਹ ਆਪਾਂ ਫਿਰ ਇਹ ਆਖ ਸਕਦੇ ਹਾਂ ਕਿ ਬੇਵਕੂਫੀ ਦੇ ਚਰਚੇ ਹਰ ਇੱਕ ਦੀ ਜ਼ੁਬਾਨ ਤੇ ਨੇ। ਭਾਵੇਂ ਕੁਝ ਵੀ ਹੋਵੇ, ਓਬਾਮਾ ਦੀ ਕਿਤਾਬ ਆਉਣ ਤੋਂ ਪਹਿਲਾਂ ਭਾਰਤ ਦੀ ਰਾਜਨੀਤੀ ਵਿੱਚ ਭੁਚਾਲ ਲੈ ਆਈ ਹੈ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਹੋਰ ਕਿਹੜੇ ਪਾਸੇ ਨੂੰ ਤੁਰਦੀ ਹੈ। ਕਿ ਸਿਰਫ ਭਾਜਪਾ ਤੇ ਕਾਂਗਰਸ ਹੀ ਆਮੋ ਸਾਹਮਣੇ ਹੁੰਦੇ ਆ ਜਾਂ ਇਹਦਾ ਸੇਕ ਅਮਰੀਕਾ ਵਾਲੇ ਪਾਸੇ ਨੂੰ ਵੀ ਆਉਂਦਾ ਹੈ। ਅਗਲੀ ਬੜੀ ਮੰਦਭਾਗੀ ਖਬਰ ਹੈ, ਤੁਹਾਨੂੰ ਪਤਾ ਹੋਣਾ ਕਿ ਮਾਲਟਾ ਕਿਸ਼ਤੀ ਕਾਂਡ ਹਜੇ ਕਿਸੇ ਨੂੰ ਭੁੱਲਿਆ ਨਹੀਂ ਹੋਣਾ। ਬਹੁਤ ਸਾਰੇ ਪੰਜਾਬ ਦੇ ਜਵਾਨ ਤੇ ਜਵਾਨੀਆਂ ਉਸ ਮਾਲਟਾ ਕਿਸ਼ਤੀ ਕਾਂਡ ਦੇ ਕਾਰਨ ਮਰ ਗਈਆਂ ਸਨ, ਡੁੱਬ ਗਈਆਂ ਸਨ, ਤਬਾਹ ਹੋ ਗਈਆਂ ਸਨ। ਤੇ ਹੁਣ ਫਿਰ ਖਬਰ ਮਿਲ ਰਹੀ ਹੈ ਕਿ ਲੀਬੀਆ ਦੇ ਖੋਮਸ ਤੱਟ ਦੇ ਨੇੜੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਉਲਟੀ ਹੈ, ਜਿਸ ਦੇ ਵਿੱਚ ਘੱਟ ਤੋਂ ਘੱਟ 74 ਪ੍ਰਵਾਸੀਆਂ ਦੀ ਮੌਤ ਦੀ ਦੁਖਦਾਇਕ ਖਬਰ ਹੈ। ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਪ੍ਰਵਾਸੀ ਸੰਗਠਨ ਨੇ ਇਹ ਜਾਣਕਾਰੀ ਖੁਦ ਦਿੱਤੀ ਹੈ ਤੇ ਹੋਰ ਕਈ ਚੈਨਲਾਂ ਦੇ ਉੱਤੇ ਵੀ ਲਗਾਤਾਰ ਇਹ ਖਬਰਾਂ ਆ ਰਹੀਆਂ ਸੀ ਕਿ ਇਸ ਕਿਸ਼ਤੀ ਦੇ ਵਿੱਚ ਜਾਂ ਛੋਟੇ ਜਹਾਜ਼ ਦੇ ਵਿੱਚ 120 ਵਿਅਕਤੀ ਸਵਾਰ ਸਨ ਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ ਅਤੇ ਕੁਝ ਮਛੇਰਿਆਂ ਨੇ ਲਗਭਗ 47 ਲੋਕਾਂ ਨੂੰ ਇਸ ਹਾਦਸੇ ਦੇ ਵਿੱਚ ਬਚਾ ਵੀ ਲਿਆ ਤੇ ਇਸ ਹਾਦਸੇ ਦੇ ਵਿੱਚ ਬਚਾਏ ਗਏ ਇੱਕ 6 ਮਹੀਨਿਆਂ ਦੇ ਬੱਚੇ ਦੀ ਬਾਅਦ ਦੇ ਵਿੱਚ ਕੁਝ ਘੰਟਿਆਂ ਤੋਂ ਬਾਅਦ ਮੌਤ ਹੋ ਗਈ। 1 ਅਕਤੂਬਰ ਤੋਂ ਲੈ ਕੇ ਹੁਣ ਤੱਕ ਭੂਮੱਧ ਸਾਗਰ ਦੇ ਵਿੱਚ ਇਹ 8ਵਾਂ ਹਾਦਸਾ ਵਾਪਰਿਆ। ਇਹ ਪ੍ਰਵਾਸੀ ਦੂਸਰੇ ਮੁਲਕਾਂ ਦੇ ਵਿੱਚੋਂ ਸ਼ਰਨ ਲੈਣ ਵਾਸਤੇ ਕਿਸ਼ਤੀਆਂ ਦਾ ਸਹਾਰਾ ਲੈ ਕੇ ਦੂਸਰੇ ਮੁਲਕਾਂ ਵਿੱਚ ਜਾਂਦੇ ਹੈ ਤੇ ਜਾਣਕਾਰੀ ਦੇ ਅਨੁਸਾਰ 1 ਮਹੀਨੇ ਵਿੱਚ ਘੱਟੋ ਘੱਟ ਕਈ ਹਾਦਸੇ ਵਾਪਰ ਜਾਂਦੇ ਆ
ਇੱਕ ਰਿਪੋਰਟ ਦੇ ਮੁਤਾਬਕ ਇਸ ਸਾਲ ਹੁਣ ਤੱਕ ਲਗਭਗ 900 ਲੋਕਾਂ ਦੀ ਆ ਸਰਹੱਦ ਪਾਰ ਕਰਦਿਆਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ ਹੋਰ 11,000 ਲੋਕਾਂ ਨੂੰ ਵਾਪਸ ਲੀਬੀਆ ਭੇਜ ਦਿੱਤਾ ਗਿਆ ਹੈ। ਹੁਣ ਜਦੋਂ ਮੈਂ ਉਹ ਤਸਵੀਰਾਂ ਵੇਖੀਆਂ ਕਿ ਕਿਵੇਂ ਮਾਵਾਂ ਲੱਭ ਰਹੀਆਂ ਨੇ ਕਿ ਮੇਰਾ ਪੁੱਤ ਕਿੱਥੇ ਗਿਆ, ਮੇਰੀ ਧੀ ਕਿੱਥੇ ਗਈ। ਬਾਅਦ ਦੇ ਵਿੱਚ ਜਿਹੜੇ ਮਛੇਰੇ ਫਿਰਦੇ ਸੀ ਤੇ ਆਲੇ ਦੁਆਲੇ ਰੱਖਿਆ ਵਾਲੇ ਫਿਰਦੇ ਸੀ, ਉਹਨਾਂ ਨੇ ਕੁਝ ਇੱਕ ਨੂੰ ਲੱਭ ਲਿਆ ਤੇ ਕੁਝ ਇੱਕ ਉਸ ਪਾਣੀ ਦੇ ਵਿੱਚ ਰੁੜ ਗਏ ਨੇ। ਇਹ ਦੁਖਦਾਇਕ ਖਬਰ ਹੈ। ਇਹਦੇ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿ ਠੱਗ ਏਜੰਟਾਂ ਦੇ ਧੱਕੇ ਚੜ੍ਹ ਕੇ ਕਿ ਤੁਹਾਨੂੰ ਕਿਸ਼ਤੀ ਮਿਲੂ, ਕਿਸ਼ਤੀ ਦੇ ਵਿੱਚ ਬੈਠ ਕੇ ਤੁਹਾਨੂੰ ਬਾਰਡਰ ਪਾਰ ਕਰਵਾ ਦਿੱਤਾ ਜਾਏਗਾ। ਸੋ ਇੰਝ ਨਾ ਕਰਿਓ। ਕਿਰਪਾ ਕਰਕੇ ਜੇ ਆਉਣਾ ਕਿਸੇ ਵੀ ਮੁਲਕ ਦੇ ਵਿੱਚ, ਚੰਗੇ ਤਰੀਕੇ ਨਾਲ, ਸਹੀ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰਿਓ। ਹਾਲੇ ਆਹ ਖਬਰ ਪੜ੍ਹੀ ਹੋਈ ਜਾ ਰਹੀ ਸੀ ਤੇ ਦੂਸਰੇ ਪਾਸੇ ਮੇਰੀ ਇੱਕ ਹੋਰ ਖਬਰ ਤੇ ਨਜ਼ਰ ਪਈ। ਇਹ ਖਬਰ ਮੱਧ ਪ੍ਰਦੇਸ਼ ਦੀ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਆਲੇ ਦੁਆਲੇ ਹਾਲ ਦੁਹਾਈ ਪੈ ਗਈ। ਸ਼ਿਵਪੁਰੀ ਦੇ ਵਿੱਚ ਇੱਕ ਵੈਨ ਸੀ, ਉਹ ਪਲਟ ਗਈ ਤੇ ਉਸ ਦੇ ਵਿੱਚ 10 ਯਾਤਰੂਆਂ ਦੀ ਦਰਦਨਾਕ ਮੌਤ ਹੋਈ ਹੈ ਤੇ ਕਈ ਲੋਕ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਉੱਥੋਂ ਦੇ ਸ਼ੁੱਕਰਵਾਰ ਦੁਪਹਿਰ ਵਕਤ ਵਾਪਰੀ, ਜਦੋਂ ਗੁੱਜਰ ਪਰਿਵਾਰ ਦੇ ਕਈ ਲੋਕ ਅਤੇ ਸਾਕ ਸੰਬੰਧੀ ਇੱਕ ਵੈਨ ਦੇ ਵਿੱਚ ਸਵਾਰ ਹੋ ਕੇ ਪੋਰੀ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਰਿਸ਼ਤੇਦਾਰ ਸੀ, ਉਹਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਜਾ ਰਹੇ ਸੀ ਤੇ ਉਹਨਾਂ ਦੇ ਕਿਸੇ ਵਾਕਫ ਮੈਂਬਰ ਦੀ ਕੈਂਸਰ ਦੇ ਨਾਲ ਮੌਤ ਹੋਈ ਸੀ, ਜਿਸ ਤੇ ਇਹ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਗਏ ਸੀ। ਤੇ ਜਾਣਕਾਰੀ ਅਨੁਸਾਰ ਇਸ ਵੈਨ ਦੇ ਵਿੱਚ ਘੱਟ ਤੋਂ ਘੱਟ 40 ਵਿਅਕਤੀ ਦੱਸੇ ਗਏ ਨੇ। ਕਦੇ ਗੱਡੀ ਕਾਫੀ ਤੇਜ਼ ਸੀ, ਪਰ ਡਰਾਈਵਰ ਗੱਡੀ ਤੋਂ, ਵੈਨ ਤੋਂ ਸੰਤੁਲਨ ਗਵਾ ਬੈਠਿਆ ਤੇ ਬੇਕਾਬੂ ਹੋ ਗਈ ਤੇ ਗੱਡੀ ਪਲਟ ਗਈ, ਜਿਸ ਦੇ ਕਾਰਨ ਸਾਰੇ ਦੇ ਸਾਰੇ ਲੋਕ ਇਸ ਪਲਟੀ ਦੇ ਕਾਰਨ ਵੈਨ ਦੇ ਹੇਠਾਂ ਆ ਗਏ। ਤਾਂ ਆਲੇ ਦੁਆਲੇ ਦੇ ਲੋਕਾਂ ਨੇ ਆ ਕੇ ਵੈਨ ਦੇ ਹੇਠੋਂ ਇਹਨਾਂ ਨੂੰ ਕੱਢਣਾ ਸ਼ੁਰੂ ਕੀਤਾ। ਜਦ ਤੱਕ ਲੋਕਾਂ ਨੇ ਕੱਢੇ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। 10 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਕਈਆਂ ਨੂੰ ਗੰਭੀਰ ਹਾਲਤ ਦੇ ਵਿੱਚ ਸ਼ਿਵਪੁਰੀ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਜਿੱਥੇ ਪੁਲਿਸ ਪਹੁੰਚੀ ਤੇ ਕੁਝ ਹੋਰ ਲੋਕ ਪਹੁੰਚੇ ਤੇ ਕੁਝ ਜ਼ਿਆਦਾ ਗੰਭੀਰ ਜ਼ਖਮੀਆਂ ਨੂੰ ਗਵਾਲੀਅਰ ਵੀ ਰੈਫਰ ਕਰ ਦਿੱਤਾ ਗਿਆ। ਪਰ ਇਹ ਘਟਨਾ ਦੁਖਦਾਇਕ ਹੈ। ਸੋ ਅਸੀਂ ਕਾਬੂ ਰੱਖੀਏ ਆਪਣੇ ਤੇ ਸਪੀਡ ਦੇ ਉੱਤੇ। ਬਹੁਤ ਸਾਰੀਆਂ ਅਣਗਹਿਲੀਆਂ, ਕਹਿੰਦੇ ਤੇਜ਼ ਰਫ਼ਤਾਰੀ ਤੇ ਮੌਤ ਦੀ ਤਿਆਰੀ। ਆ ਤੇਜ਼ ਰਫ਼ਤਾਰ ਨੇ 10 ਜਾਨਾਂ ਲੈ ਲਈਆਂ। ਅਗਲੀ ਖਬਰ ਹੈ, ਬਿਹਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਚੋਣਾਂ ਦੇ ਨਤੀਜੇ ਆ ਚੁੱਕੇ ਨੇ। ਭਾਰਤੀ ਜਨਤਾ ਪਾਰਟੀ ਇਸ ਗੱਠਜੋੜ ਦੇ ਵਿੱਚ, ਐਨਡੀਏ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਉਭਰੀ ਹੈ। 74 ਸੀਟਾਂ ਪ੍ਰਾਪਤ ਕੀਤੀਆਂ ਨੇ। ਪਰ ਤਾਂ ਵੀ ਉਹਨਾਂ ਨੇ ਬੀਤੇ ਦਿਨੀ ਆਖ ਦਿੱਤਾ ਸੀ ਕਿ ਸਾਡੇ ਜਿਹੜੇ ਲੀਡਰ ਹੋਣਗੇ, ਭਾਵ ਸਾਡੇ ਮੁੱਖ ਮੰਤਰੀ ਹੋਣਗੇ, ਉਹ ਨਤੀਸ਼ ਕੁਮਾਰ ਹੋਣਗੇ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਨਤਾ ਦਲ ਯੂਨਾਈਟਿਡ ਦੇ ਜਿਹੜੇ ਲੀਡਰ ਨੇ ਨਤੀਸ਼ ਕੁਮਾਰ, ਉਹਨਾਂ ਨੂੰ ਰਸਮੀ ਰੂਪ ਦੇ ਨਾਲ ਆਪਣਾ ਲੀਡਰ ਚੁਣਨ ਦੇ ਵਾਸਤੇ ਭਾਰਤ ਦੇ ਵਿੱਚ ਦੁਪਹਿਰ ਦੇ ਲਗਭਗ 12:30 ਵਜੇ ਰਾਜਗ ਵਿਧਾਇਕ ਦਲ ਦੀ ਇੱਕ ਸਾਂਝੀ ਬੈਠਕ ਹੋਏਗੀ। ਇਹ ਬੈਠਕ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਰਿਹਾਇਸ਼ ਤੇ ਹੋਏਗੀ। ਅਸਲ ਦੇ ਵਿੱਚ ਇਹ ਜਿਹੜੀ ਇਹਨਾਂ ਦੇ ਐਨਡੀਏ ਦੇ ਵਿੱਚ ਸ਼ਾਮਲ ਸੀ, ਉਹਦੇ ਵਿੱਚ 4 ਪਾਰਟੀਆਂ ਸੀ: ਜਨਤਾ ਦਲ ਯੂਨਾਈਟਿਡ, ਭਾਜਪਾ, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ VIP। ਇਹਦੇ ਨੇਤਾਵਾਂ ਦੀ ਗੈਰ ਰਸਮੀ ਬੈਠਕ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਨਤੀਸ਼ ਕੁਮਾਰ ਨੂੰ ਆਪਣਾ ਰਸਮੀ ਤੌਰ ਤੇ ਫਿਰ ਤੋਂ ਐਤਵਾਰ 12:30 ਵਜੇ ਬੈਠਕ ਦੇ ਵਿੱਚ ਰਸਮੀ ਤੌਰ ਤੇ ਆਪਣਾ ਲੀਡਰ ਐਲਾਨ ਦਿੱਤਾ ਜਾਏਗਾ। ਉਹਨਾਂ ਦੱਸਿਆ ਕਿ ਮੌਜੂਦਾ ਰਾਜ ਕੈਬਨਿਟ ਅੱਜ ਸ਼ੁੱਕਰਵਾਰ ਦੀ ਸ਼ਾਮ ਭੰਗ ਕਰ ਦਿੱਤੀ ਜਾਏਗੀ। ਵਿਧਾਨ ਸਭਾ ਭੰਗ ਕਰਨ ਦੇ ਸਬੰਧ ਵਿੱਚ ਫੈਸਲਾ ਕੀਤਾ ਜਾਏਗਾ ਅਤੇ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਬਿਹਾਰ ਦੇ ਵਿੱਚ ਖਤਮ ਹੋ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਇਹ ਰਸਮਾਂ ਰਸਮੀ ਤੌਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਕੈਬਨਿਟ ਦੇ ਸੁਝਾਵਾਂ ਨੂੰ ਰਾਜਪਾਲ ਕੋਲ ਭੇਜ ਦਿੱਤਾ ਜਾਏਗਾ, ਜਿਸ ਦੀ ਮਨਜ਼ੂਰੀ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਦੇ ਸਬੰਧ ਵਿੱਚ ਹੋਰ ਕਦਮ ਚੁੱਕ ਲਏ ਜਾਣਗੇ। ਹੁਣ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਜਿੰਨੀਆਂ ਪਾਰਟੀਆਂ ਸ਼ਾਮਲ ਸਨ ਐਨਡੀਏ ਦੇ ਵਿੱਚ, ਉਹਨਾਂ ਵਿੱਚੋਂ ਭਾਜਪਾ ਨੂੰ 74 ਸੀਟਾਂ ਮਿਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰਿਆਂ ਨੇ ਆਖ ਦਿੱਤਾ ਸੀ ਕਿ ਮੁੱਖ ਮੰਤਰੀ ਨਤੀਸ਼ ਕੁਮਾਰ ਨੂੰ ਬਣਾਇਆ ਜਾਏਗਾ। ਪਰ ਅਟਕਲਾਂ ਹਾਲੇ ਵੀ ਲੱਗ ਰਹੀਆਂ ਨੇ ਕਿ ਭਾਜਪਾ EBC ਜਿਹੜੀ ਬੇਹੱਦ ਪਛੜੀ ਜਾਤੀ ਜਾਂ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਸਕਦੀ ਹੈ। ਹਾਲਾਂਕਿ ਹਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦਿੱਗਜ ਨੇਤਾ ਨੇ ਸੁਸ਼ੀਲ ਕੁਮਾਰ ਕਿ ਉਹਨਾਂ ਨੂੰ ਬਦਲਿਆ ਜਾਏਗਾ ਜਾਂ ਨਹੀਂ ਬਦਲਿਆ ਜਾਏਗਾ, ਕਿ ਭਾਜਪਾ ਆਪਣਾ ਮੁੱਖ ਮੰਤਰੀ ਉੱਥੇ ਬਣਾਵੇਗੀ ਜਾਂ ਨਹੀਂ ਬਣਾਵੇਗੀ। ਆਉਣ ਵਾਲੇ ਦਿਨਾਂ ਵਿੱਚ ਇਹ ਸਾਫ਼ ਹੋ ਜਾਏਗਾ।
पर आ सब तो वड्डी खबर पंजाब वास्ते, पंजाबियों वास्ते, किसानों वास्ते। तुहानूं पता होना कि 13 तरीक का दिन सवेर के 11 बजे विग्यान भवन मुकर्रर किया गया सी कि किसान आगू आउणगे, केंद्रीय मंत्रियों के नाल मुलाकात करनगे ते खेतरी सुधारां दे वास्ते, खेती के जिहड़े कानून ने बनाए गए उहदे विच सुधार दे वास्ते संसद दे वल्लों पास कानूनां दे खिलाफ जिहड़ा अंदोलन चल रहा है ਉਹਨੂੰ शांत करने दे वास्ते ते मामले ਨੂੰ हल करने दे वास्ते केंद्र विचकार ਅਤੇ किसान जथेबंदियां दे आगूआं दे विचकार गलबात सी ते गलबात लगभग पूरा दिन भर चली। शुक्रवार दे सवेरे 11 बजे ये मुलाकात शुरू हुई तो देर शाम तक चलती गई तो कई दौर दे विच मुलाकात हुई है। हालांकि जल्दी ही अगले दौर की मीटिंग बुलाए जाने ते दोवें धिरां सहमत दसियां जा रही ने। केंद्र वालों किसान आगूआं नूं भरोसा दिता गया है कि ये कानून किसानां दे हित विच लिआंदे गए ने। मैं पहलां भी तुहानूं दस रिहा सी कि पिछली वारी संजय अग्रवाल भी आही पाठ पढ़ाउंदे सी। भारत के प्रधानमंत्री नरेंद्र मोदी कई रैलियां विच आ चुके हैं कि ये कानून किसानां दे हित विच ने। आ फिर केंद्रीय मंत्री ने आख्या उत्थे ही किसान नेता इन्हां कानूनां नूं वापस लैण अते घट्टो घट्ट समर्थन मुल भाव MSP नूं विधानक बनाउण दी जिद ते अड़े रहे। मीटिंग दे विच जिहड़ी गलबात हुई है उस नूं लैके किसान यूनीयन के आगूआं ने 18 नवंबर नूं पंजाब दे विच अपणियां सारियां जथेबंदियां अते किसानां दे नाल मुड़ तों गलबात बाद दोबारा वार्ता जां इस गलबात की जां फिर मीटिंग की हामी एक बारी फिर भरी है। खेतीबाड़ी मंत्री नरेंद्र तोमर ने गलबात की शुरुआत विच पंजाब तो गए प्रमुख किसान जथेबंदियों के नुमाइंदियां नूं संबोधन किया। उन्हां संसद तो पास कानून बारे विस्तार नाल जानकारी दी। उन्हां कहा कि सरकार किसानां दे हितां दी हमायती है। इन्हां कानूनां नाल खेती के खेतर दे विच क्रांति आएगी अते किसानां नूं स्थाई आमदनी वधाउण विच मदद मिलेगी। ये खेतीबाड़ी मंत्री नरेंद्र तोमर ने कहा। वो कहंदे किसानां दे घर तक बाजार की पहुँच होएगी जिस नाल छोटे किसानां नूं अपनी उपज वधाउण लई वेचण लई व्यापारियों का मूँह नहीं वेखना पेगा। उन्हां दे कोल जरूरी बदल होणगे। खेतीबाड़ी मंत्री तोमर ने कानून दीआं कुछ प्रमुख तजवीज़ां का भी जिक्र करते हुए दस्सिया कि भारत के किसानां ने इसका स्वागत किया है। पर फिर जे भारत के भी किसानां ने स्वागत किया है, आ जिहड़े किसान सड़कों ते बैठे है, जिहड़े बीते दिनी पूरे भारत दे विच 4 घंटे भारत बंद करने वास्ते बैठे सी, वो रूस के किसान सी। हुण मीटिंग दे विच खपतकार खुराक वणज उद्योग अते रेल मंत्री पीयूष गोयल भी शामिल सी। उन्होंने किसानों के अंदोलन नाल आम लोगों को होने वाली मुश्किलों का जिक्र किया। उन्होंने दस्सिया कि साउणी के सीजन के विच झोने समेत होर फसलों की खरीद दे विच जबरदस्त वाधा होया है। उन्होंने किसान जथेबंदियों को यह भी भरोसा दिता कि उन्हों की पैदावार की MSP होने वाली जिहड़ी खरीद है उहदे च कोई रुकावट नहीं होनी, पहलां दी तरह ये जारी रहेगी। उन्होंने इस बारे फैलाए जा रहे भरमां नूं गलत करार दिता। वो कहंदे तुहानूं किसी ने गलत झांसे विच लिआंदा है ते रेल पटड़ियां ते उन्हां दे अंदोलन के कारण होने वाली मुश्किलों का भी पीयूष गोयल ने जिक्र किया। हुण ये मीटिंग सवेरे 11 बजे शुरू हुई, दिन भर चलती रही पर समस्या का कोई हल ना निकल सकिया। इस तो पहलां हुई गलबात दे विच भी किसान यूनीयन के जिहड़े लीडर सी उन्होंने वारों वारी अपनी गल रखी। किसान जथेबंदियां ने केंद्रीय मंत्रियों नाल अजिहे 3 जिहड़े सजरे खेती कानून बनाए गए ने उन्होंने वापस लैण दे नाल नाल 5 मंगां रखियां ने। होरनां मंगां दे विच पंजाब दे विच रेल सेवावां दी बहाली, पराली साड़न तो रोकण लई बनाए सख्त कानून नूं वापस लैण दी मंग, गन्ने की फसल का घट्टो घट्ट समर्थन मुल वधाउण दी मंग, डीजल ते लगदे केंद्री टैक्सां नूं घटाउण दी मंग भी शामिल सी। हुण मीटिंग दौरान केंद्र सरकार ने किसानां नूं पंजाब विच 3 खेती कानूनां दे फायदे दसे। सरकार वालों 2022 तक किसानों की आमदन दुगनी करने के दावे की तफसील दी। लगभग सारिया यूनीयन के नुमाइंदियां ने इन्हां खेती कानूनों तीनों खेती कानूनों वापस लैण अते MSP की विधानक वाजबियत कानून बनाने की तजवीज़ रखी है। हुण खेती मंत्रालय के वलों जिहड़ी उत्थे प्रजेंटेशन दी गई उहदे विच यही वार-वार जिक्र किया गया कि ये तुहाडे हित विच है, तुहाडे हक विच है। हुण शायद तुहानूं याद होवे कि जदों संजय अग्रवाल जिहड़े खेतीबाड़ी सकत्तर ने
ਉਹਨਾਂ ਨੇ ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਸੀ, ਉਹ ਵੀ ਕਿਸਾਨਾਂ ਨੂੰ ਇਹਦੀਆਂ ਬਰੀਕੀਆਂ ਹੀ ਸਮਝਾਉਂਦੇ ਰਹੇ ਸੀ। ਪਰ ਕਿਸਾਨ ਨੁਮਾਇੰਦਿਆਂ ਦੀ ਜਿੱਦ ਸੀ ਕਿ ਪਹਿਲਾਂ ਇਹ ਕਾਨੂੰਨ ਵਾਪਸ ਲਓ ਤੇ ਅਗਲੀ ਗੱਲ ਅਸੀਂ ਫੇਰ ਕਰਾਂਗੇ। ਹੁਣ ਇਸ ਮੀਟਿੰਗ ਦੇ ਵਿੱਚ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਸੀ, ਪੀਯੂਸ਼ ਗੋਇਲ ਸੀ, ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਇਸ ਤੋਂ ਇਲਾਵਾ ਭਾਜਪਾ ਦੇ ਆਗੂ ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਵੀ ਸ਼ਾਮਲ ਦੱਸੇ ਗਏ ਨੇ। ਤੇ ਹੁਣ 18 ਨਵੰਬਰ ਨੂੰ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੁਬਾਰਾ ਆਪਣੀ ਮੀਟਿੰਗ ਕਰਕੇ ਕਿਸ ਤਰ੍ਹਾਂ ਦਾ ਫੈਸਲਾ ਕਰਦੀਆਂ ਨੇ। ਪਰ ਉਹਨਾਂ ਨੇ ਇਹ ਦੱਸ ਦਿੱਤਾ ਕਿ ਹਾਲੇ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ, ਅਸੀਂ ਆਪਣੀਆਂ ਗੱਲਾਂ ਦੱਸੀਆਂ ਹੀ ਹੈ, ਕੇਂਦਰ ਨੇ ਆਪਣੀਆਂ ਸਾਡੇ ਨਾਲ ਤਜਵੀਜ਼ਾਂ ਸਾਂਝੀਆਂ ਕੀਤੀਆਂ ਨੇ, ਪਰ ਇਹ ਸੰਘਰਸ਼ ਜਿਉਂ ਦਾ ਤਿਉਂ ਜਾਰੀ ਰਹੇਗਾ। ਅਗਲੀ ਖਬਰ ਵੀ ਕਾਫੀ ਮਹੱਤਵਪੂਰਨ ਹੈ। ਕਈ ਵਾਰੀ ਅਸੀਂ ਦੇਖਿਆ ਸਾਡੇ ਪੁਰਖੇ, ਸਾਡੇ ਮਾਂ, ਸਾਡਾ ਬਾਪ ਜਾਂ ਸਾਡਾ ਕੋਈ ਭੈਣ ਭਰਾ ਦੁਨੀਆ ਤੋਂ ਤੁਰ ਜਾਂਦਾ, ਪਰ ਉਹਦੇ ਸੁਪਨੇ ਉਹਦੇ ਮਰਨ ਦੇ ਨਾਲ ਹੀ ਦਫਨ ਹੋ ਜਾਂਦੇ ਨੇ। ਪਰ ਆਹ ਬਾਰੇ ਬਲਿਹਾਰੇ ਜਾਈਏ ਇੱਕ ਪੁੱਤ ਦੇ, ਜਿਸ ਨੇ ਆਪਣੀ ਮਾਂ ਦਾ ਸੁਪਨਾ ਨਹੀਂ ਮਰਨ ਦਿੱਤਾ, ਭਾਵੇਂ ਮਾਂ ਇਸ ਜਹਾਨ ਤੋਂ ਤੁਰ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਰਹਿਣ ਵਾਲਾ ਇਹ ਵਿਅਕਤੀ ਹੁਣ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ। ਉਹ ਗਰੀਬ ਬੱਚਿਆਂ ਨੂੰ IAS ਅਤੇ IPS ਬਣਾਉਣ ਦਾ ਬੀੜਾ ਚੁੱਕ ਚੁੱਕਿਆ ਹੈ। ਜਬਲਪੁਰ ਦੇ ਵਿੱਚ ਰਹਿਣ ਵਾਲੇ ਪਰਾਗ ਦੀਵਾਨ ਨਾਮ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਕੇ IAS ਤੇ IPS ਬਣਾਉਣਾ ਚਾਹੁੰਦਾ ਹੈ। ਪਰਾਗ ਜਬਲਪੁਰ ਦੇ ਗੌਰੀ ਘਾਟ ਵਿੱਚ ਨਰਮਦਾ ਨਦੀ ਦੇ ਕਿਨਾਰੇ ਗਰੀਬ ਬੱਚਿਆਂ ਨੂੰ ਮੁਫਤ ਵਿੱਚ ਪੜ੍ਹਾਉਂਦਾ ਹੈ। ਉਹ ਕਈ ਵਰਿਆਂ ਤੋਂ ਇਸ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਹੈ। ਪਰਾਗ ਦਾ ਕਹਿਣਾ ਹੈ, ਮੈਂ ਆਪਣੀ ਮਾਂ ਦੀ ਮੌਤ ਤੋਂ ਬਾਅਦ 2016 ਵਿੱਚ ਇਸ ਕੰਮ ਦੀ ਸ਼ੁਰੂਆਤ ਕੀਤੀ, ਜੋ ਘੱਟ ਉਮਰ ਦੇ ਬੱਚਿਆਂ ਵਾਸਤੇ ਸਕੂਲ ਖੋਲ੍ਹਣਾ ਚਾਹੁੰਦੇ ਸੀ, ਪਰ ਉਹ ਮਰ ਗਏ, ਖੋਲ੍ਹ ਨਹੀਂ ਸੀ ਸਕੇ। ਮੇਰੀ ਮਾਂ ਚਾਹੁੰਦੀ ਸੀ ਕਿ ਆਹ ਕੰਮ ਮੈਂ ਕਰਨਾ ਹੈ। ਹੁਣ ਨਰਮਦਾ ਨਦੀ ਦੇ ਕਿਨਾਰੇ ਮਿਸਟਰ ਪਰਾਗ ਵੱਲੋਂ ਚਲਾਏ ਜਾ ਰਹੇ ਓਪਨ ਸਕੂਲ ਦੀ ਜਮਾਤ ਦੇ ਵਿੱਚ ਲਗਭਗ 125 ਵਿਦਿਆਰਥੀ ਸ਼ਾਮਲ ਹੁੰਦੇ ਆ। ਪਰਾਗ ਦਾ ਸੁਪਨਾ ਹੈ ਕਿ ਉਹ ਇਹਨਾਂ ਬੱਚਿਆਂ ਨੂੰ ਉਸ ਕਾਬਲ ਬਣਾ ਸਕੇ ਕਿ ਉਹ ਵੱਡੇ ਹੋ ਕੇ ਕਿਸੇ ਸੂਬੇ ਦਾ, ਕਿਸੇ ਜ਼ਿਲ੍ਹੇ ਦਾ ਕਾਰਜ ਭਾਗ ਸੰਭਾਲ ਸਕਣ, ਭਾਵ IAS ਜਾਂ IPS ਬਣ ਸਕਣ। ਉਹ ਕਹਿੰਦੇ ਇਹ ਮੇਰਾ ਵੀ ਸੁਪਨਾ ਹੈ, ਹੁਣ ਇਹ ਮੇਰੀ ਮਾਂ ਦਾ ਵੀ ਸੁਪਨਾ ਹੈ ਹੁਣ, ਕਿਉਂਕਿ ਗਰੀਬ ਬੱਚਿਆਂ ਵਾਸਤੇ ਉਹ ਸਕੂਲ ਖੋਲ੍ਹ ਨਹੀਂ ਸਕੇ, ਪਰ ਮੈਂ ਹੁਣ ਇਹ ਬੱਚਿਆਂ ਨੂੰ ਰੋਜ਼ਾਨਾ ਪੜ੍ਹਾਉਣਾ ਹੈ। ਪਰ ਕਹਿੰਦੇ ਮੈਂ ਵੇਖ ਰਿਹਾ ਕਿ ਜਿਹੜੇ ਆ ਬੱਚੇ ਮੇਰੇ ਕੋਲ ਪੜ੍ਹਨ ਆਉਂਦੇ ਆ, ਇਹਨਾਂ ਕੋਲ ਸਾਧਨਾਂ ਦੀ ਭਾਵੇਂ ਕਮੀ ਹੈ, ਘਰੋਂ ਇਹ ਭਾਵੇਂ ਰੱਜ ਕੇ ਗਰੀਬ ਨੇ, ਪਰ ਬੜੇ ਸ਼ਾਰਪ ਨੇ। ਉਹ ਕਹਿੰਦੇ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਇਹਨਾਂ ਵਿੱਚੋਂ IAS ਤੇ IPS ਪੈਦਾ ਕਰ ਸਕਾਂਗਾ। ਹੁਣ ਦੇਖੋ ਕਿ ਜਨੂਨ ਹੈ ਉਹਨਾਂ ਦੀ ਮਾਂ ਦੇ ਵਿੱਚ ਵੀ ਸੀ, ਅਤੇ ਮਾਂ ਦੇ ਮਰਨ ਤੋਂ ਬਾਅਦ ਉਹਨੇ ਮਾਂ ਦਾ ਸੁਪਨਾ ਨਹੀਂ ਮਰਨ ਦਿੱਤਾ, ਸੁਪਨਾ ਨਹੀਂ ਟੁੱਟਣ ਦਿੱਤਾ। ਤੇ ਇਹ ਨਹੀਂ ਪਤਾ ਕਿ ਆ ਜਿਹੜੇ ਗਰੀਬ ਬੱਚੇ ਲਗਭਗ 125 ਇਹਦੀ ਜਮਾਤ ਵਿੱਚ ਆ ਕੇ ਪੜ੍ਹਦੇ ਆ, ਇਹਨਾਂ ਨੇ ਕਿੱਡੇ ਕਿੱਡੇ ਸੁਪਨੇ ਸਜਾਏ ਹੋਣਗੇ, ਅਤੇ ਪਰਾਗ ਦੇ ਸੁਪਨੇ ਨੂੰ ਸੱਚੀ ਮੁੱਚੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਹ ਸਾਕਾਰ ਕਰਦੇ ਹਨ। ਤੇ ਆ ਭਾਜਪਾ ਨੇ ਬਿਹਾਰ ਜਿੱਤ ਲਿਆ, ਤੇ ਹੁਣ ਅੱਖ ਉਹਨਾਂ ਦੀ ਪੰਜਾਬ ਤੇ ਵੀ ਹੈ। ਹੁਣ ਦੇਖੋ ਇਸੇ ਕਰਕੇ ਉਹਨਾਂ ਨੇ ਵੱਡੀ ਰੱਦੋ ਬਦਲ ਕੀਤੀ ਹੈ। ਇਕੱਲੇ ਪੰਜਾਬ ਦੀ ਨਹੀਂ, ਕਈ ਸੂਬਿਆਂ ਦੇ ਉਹਨਾਂ ਨੇ ਆਪਣੇ ਇੰਚਾਰਜ ਬਦਲ ਦਿੱਤੇ ਹੈ। ਹੁਣ ਦੀਵਾਲੀ ਤੋਂ ਇੱਕ ਸ਼ਾਮ ਪਹਿਲਾਂ 36 ਆਪਣੇ ਉਹਨਾਂ ਨੇ ਇੰਚਾਰਜ ਬਦਲੇ ਤੇ ਵੱਡੇ ਫੇਰ ਬਦਲ ਕੀਤੇ ਹੈ। ਪੰਜਾਬ ਦੇ ਵਿੱਚੋਂ ਉਹਨਾਂ ਨੇ ਪ੍ਰਭਾਤ ਝਾਅ ਦੀ ਛੁੱਟੀ ਕਰਕੇ SC ਮੋਰਚਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ। ਇੱਥੇ ਇਹ ਗੱਲ ਕਾਫੀ ਅਹਿਮੀਅਤ ਰੱਖਦੀ ਹੈ ਕਿ ਇਸ ਵਾਰ ਭਾਜਪਾ ਨੇ ਕੌਮੀ ਸਕੱਤਰ ਡਾਕਟਰ ਨਰਿੰਦਰ ਸਿੰਘ ਨੂੰ ਉਪ ਇੰਚਾਰਜ ਵੀ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਕਦੇ ਉਪ ਇੰਚਾਰਜ ਨਹੀਂ ਸੀ ਲਾਇਆ। ਇੰਚਾਰਜ ਨੂੰ ਬਦਲਣ ਸੰਬੰਧੀ ਲੰਬੇ ਸਮੇਂ ਤੋਂ ਭਾਵੇਂ ਅਟਕਲਾਂ ਚੱਲ ਰਹੀਆਂ ਸੀ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨਾਂ ਵੱਲੋਂ ਸਭ ਤੋਂ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ। ਸਭ ਤੋਂ ਪ੍ਰਭਾਵਸ਼ਾਲੀ ਅੰਦੋਲਨ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਪ੍ਰਭਾਤ ਝਾਅ ਪੰਜਾਬ ਦੇ ਵਿੱਚ ਫੇਰਾ ਪਾਉਣ ਨਹੀਂ ਸੀ ਆਏ। ਹੁਣ ਛੇਤੀ ਛੇਤੀ ਉਹਨਾਂ ਨੇ ਸਿਰਫ ਪੰਜਾਬ ਦਾ ਨਹੀਂ, ਕਈ ਹੋਰ ਆਗੂ ਵੀ ਬਦਲ ਦਿੱਤੇ ਨੇ। ਅਹਿਮ ਗੱਲ ਇਹ ਹੈ ਕਿ ਭਾਜਪਾ ਨੇ ਪੰਜਾਬ ਦੀ 34% ਦਲਿਤ ਆਬਾਦੀ ਨੂੰ ਐਨ ਨਿਸ਼ਾਨੇ ਤੇ ਰੱਖਿਆ। ਇਸ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੇ ਆਪਣੇ SC ਮੋਰਚਾ ਦੇ ਸਾਬਕਾ ਪ੍ਰਧਾਨ ਦੁਸ਼ਯੰਤ ਗੌਤਮ ਨੂੰ ਪੰਜਾਬ ਦਾ ਇੰਚਾਰਜ ਲਾ ਦਿੱਤਾ ਤੇ ਹਾਲ ਹੀ ਵਿੱਚ ਕੌਮੀ ਜਨਰਲ ਸਕੱਤਰ ਬਣੇ ਤਰਨ ਚੁੱਘ ਨੂੰ ਜੰਮੂ ਕਸ਼ਮੀਰ ਅਤੇ ਲਦਾਖ ਦਾ ਇੰਚਾਰਜ ਲਾ ਦਿੱਤਾ ਗਿਆ, ਜਦਕਿ ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਅਵਿਨਾਸ਼ ਰਾਏ ਖੰਨਾ ਕੋਲ ਸੀ ਤੇ ਅਵਿਨਾਸ਼ ਰਾਏ ਖੰਨਾ ਨੂੰ
ਹੁਣ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਲਾ ਦਿੱਤਾ ਗਿਆ ਹੈ। ਇੱਥੇ ਇਸ ਗੱਲ ਦਾ ਇਹ ਵੀ ਆਮ ਪਹਿਲੂ ਹੈ। ਪਹਿਲੂ ਇਹ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਵੀ ਹਿਮਾਚਲ ਤੋਂ ਨੇ ਤੇ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਚੋਣਾਂ ਨੇ। ਹੁਣ ਪੰਜਾਬ ਦੇ ਇੰਚਾਰਜ ਪ੍ਰਭਾਤ ਝਾਅ ਨੂੰ ਬਦਲੇ ਜਾਣ ਦੀ ਚਰਚਾ ਭਾਵੇਂ ਲੰਬੇ ਸਮੇਂ ਤੋਂ ਸੀ, ਪਰ ਇਹੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕਦੇ ਕੋਈ ਬੀਤੇ ਦਿਨਾਂ ਦੇ ਵਿੱਚ ਕੋਈ ਸਰਗਰਮੀ ਨਾ ਦਿਖਾਈ। ਖਾਸ ਕਰਕੇ ਕਿਸਾਨ ਅੰਦੋਲਨ ਭਖਿਆ ਵੀ ਹੋਇਆ ਹੈ ਅਤੇ ਸਮੁੱਚਾ ਅੰਦੋਲਨ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਖਿਲਾਫ ਹੈ, ਭਾਰਤ ਦੀ BJP ਦੀ ਕੇਂਦਰ ਸਰਕਾਰ ਦੇ ਖਿਲਾਫ ਹੈ, ਪਰ ਉਹਨਾਂ ਨੇ ਕੋਈ ਸਰਗਰਮੀ ਨਾ ਦਿਖਾਈ। ਇਸ ਕਰਕੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਇਹ ਖਬਰਾਂ ਚੰਗੀਆਂ ਲੱਗੀਆਂ, ਤਫਸੀਲ ਵਿਸਥਾਰ ਚੰਗਾ ਲੱਗਿਆ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਸੋ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।